TV16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਕੇ ਹਸਪਤਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਇਸ ਟਾਈਮ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਖੁੱਲ੍ਹਾ ਸੱਦਾ। ਮੈਂ ਸਵਾਗਤ ਕਰਦਾ ਜੀ ਅੱਜ ਤੁਹਾਡਾ ਖੁੱਲ੍ਹਾ ਸੱਦਾ ਪ੍ਰੋਗਰਾਮ ਦੇ ਵਿੱਚ। ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਅਫਗਾਨਿਸਤਾਨ ਦੇ ਜਿਹੜੇ ਹਾਲਾਤ ਨੇ ਇਸ ਟਾਈਮ ਦੇ ਉੱਤੇ ਕਾਫੀ ਨਾਜ਼ੁਕ ਬਣੇ ਹੋਏ ਨੇ। ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਖਬਰਾਂ ਆ ਰਹੀਆਂ ਸੀਗੀਆਂ, ਜਿਸ ਤਰ੍ਹਾਂ ਸਾਰਾ ਕੁਝ ਹੋ ਰਿਹਾ ਸੀ ਕਿ ਸਾਨੂੰ ਲੱਗਦਾ ਸੀਗਾ ਕਿ ਹਾਲਾਤ ਸ਼ਾਇਦ ਕੁਝ ਸੁਖਾਵੇਂ ਹੋਣਗੇ। ਆਪਾਂ ਜਾਣਦੇ ਹਾਂ ਕਿ ਵੱਡੀ ਗਿਣਤੀ ਵਿੱਚ ਸਾਡਾ ਭਾਈਚਾਰਾ, ਸਿੱਖ ਭਾਈਚਾਰਾ ਇਸ ਟਾਈਮ ਦੇ ਉੱਤੇ ਜਿਹੜਾ ਹੈ ਇਸ ਚੀਜ਼ ਤੋਂ ਪੀੜਤ ਆ, ਅਤੇ ਉਹ ਉੱਥੇ ਜਿਹੜੇ ਹੈ ਨੇ ਇਸ ਟਾਈਮ ਦੇ ਉੱਤੇ ਕਿਹੋ ਜਿਹੇ ਹਾਲਾਤ ਨੇ। ਸੋ ਮੈਂ ਤੁਹਾਡੇ ਨਾਲ ਵਾਅਦੇ ਮੁਤਾਬਕ ਅੱਜ ਸਿੱਧਾ ਤੁਹਾਨੂੰ ਅਫਗਾਨਿਸਤਾਨ ਲੈ ਚੱਲਦਾ ਅਤੇ ਮੇਰੇ ਨਾਲ ਸਰਦਾਰ ਸੁਰਬੀਰ ਸਿੰਘ ਜੀ ਖਾਲਸਾ ਜਿਹੜੇ ਨੇ ਅਫਗਾਨਿਸਤਾਨ ਤੋਂ ਗੱਲਬਾਤ ਕਰਨਗੇ ਅਤੇ ਮੌਜੂਦਾ ਹਾਲਾਤ ਦੇ ਉੱਤੇ ਜਿਹੜੀ ਹੈ ਉਹ ਗੱਲਬਾਤ ਤੁਹਾਡੇ ਨਾਲ ਜਿਹੜੀ ਆਪਾਂ ਸਾਂਝੀ ਕਰਦੇ ਹਾਂ। ਸਰਦਾਰ ਸੁਰਬੀਰ ਸਿੰਘ ਖਾਲਸਾ ਜੀ, ਤੁਹਾਡਾ ਜਿਹੜਾ ਸਵਾਗਤ ਹੈ TV16 ਟੋਰਾਂਟੋ ਦੇ ਉੱਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਸੋ ਖਾਲਸਾ ਜੀ, ਤੁਸੀਂ ਜਿਹੜਾ ਹੈ ਮੌਜੂਦਾ ਇਸ ਟਾਈਮ ਦੇ ਉੱਤੇ ਜੋ ਹਾਲਾਤ ਨੇ ਉਹਨਾਂ ਦੀ ਪਹਿਲਾਂ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਓ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਉਂਕਿ ਜਿਹੜੀਆਂ ਖਬਰਾਂ ਆ ਰਹੀਆਂ ਕੋਈ ਉਹ ਬਹੁਤ ਵਧੀਆ ਨਹੀਂ ਆ ਰਹੀਆਂ। ਤੁਸੀਂ ਜਾਣਕਾਰੀ ਦਿਓ ਕਿ ਕਿੰਨੇ ਕੁ ਪਰਿਵਾਰ ਇਸ ਟਾਈਮ ਦੇ ਉੱਤੇ ਤੁਸੀਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੋ, ਅਤੇ ਜਿਹੜੀ ਹੁਣ ਇਸ ਟਾਈਮ ਦੇ ਉੱਤੇ ਕਿਹੋ ਜਿਹੇ ਹਾਲਾਤ ਨੇ ਉਹਨਾਂ ਦੀ ਜਿਹੜੀ ਜਾਣਕਾਰੀ ਆ ਉਹ ਸਾਡੇ ਦਰਸ਼ਕਾਂ ਤੱਕ ਪਹੁੰਚਦੀ ਕਰੋ ਜੀ। ਉਮੀਦ ਹੈ ਕਿ ਸਾਡੀ ਆਵਾਜ਼ ਤੁਸੀਂ ਦੁਨੀਆ ਦੇ ਹਰ ਇੱਕ ਕੋਨੇ ਤੱਕ ਪਹੁੰਚਾਓ ਆਪਣੇ ਨਿਊਜ਼ ਦੀ ਤਰੀਕੇ ਨਾਲ। 284 ਬੰਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਾਤੇ ਪ੍ਰਵਾਨ ਵਿਖੇ ਆਪਣੀ ਸੇਫਟੀ ਵਾਸਤੇ ਗੁਰਦੁਆਰੇ ਵੀ ਠਹਿਰਿਆ ਹੈ, ਜਿਸ ਵਿੱਚ ਲੇਡੀਜ਼, ਜੈਂਟਸ, ਛੋਟੇ ਵੱਡੇ ਸਾਰੇ 284 ਬੰਦੇ ਜੀ। ਸੋ 284 ਦੇ ਕਰੀਬ ਜਿਹੜੇ ਨੇ ਉਹ ਹੈਗੇ ਨੇ। ਸੋ ਇਹ ਸਾਰੇ ਇਹ ਸਿੱਖ ਤੇ ਹਿੰਦੂ ਪਰਿਵਾਰ ਵੀ ਹੈਗੇ ਨੇ ਨਾਲ ਜੀ? ਜੀ 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 ਹਾਂ, ਸਿੱਖ ਹਿੰਦੂ ਭਾਈ ਜੀ। ਖਾਲਸਾ ਜੀ, ਹੈਲੋ। ਥੋੜ੍ਹੀ ਆਵਾਜ਼ ਦੀ ਉੱਥੇ ਨੈਟਵਰਕ ਦੀ ਸ਼ਾਇਦ ਪਹਿਲਾਂ ਵੀ ਪ੍ਰੋਬਲਮ ਜਿਹੜੀ ਆ ਉਹ ਕਿਸੇ ਟਾਈਮ ਦੇ ਉੱਤੇ ਸਾਡੇ ਨਾਲ ਜਿਹੜੀ ਆ ਉਹ ਹੁੰਦੀ ਹੈਗੀ ਆ। ਸੋ ਖਾਲਸਾ ਜੀ ਹੈ ਤਾਂ ਸਾਡੇ ਨਾਲ ਨੇ, ਪਰ ਆਵਾਜ਼ ਜਿਹੜੀ ਆ ਉਹਨਾਂ ਦੀ ਬ੍ਰੇਕ ਜਿਹੜੀ ਆ ਹੋ ਰਹੀ ਆ ਜੀ। ਖਾਲਸਾ ਜੀ, ਤੁਸੀਂ ਨਾਲ ਹੋ ਜੀ ਮੇਰੇ? ਹੈਲੋ 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 ਹੈਲੋ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੁਬਾਰਾ ਜਿਹੜਾ ਹੈ, ਜਿਸ ਤਰ੍ਹਾਂ ਕਿ ਉੱਥੇ ਹਾਲਾਤ ਹੈਗੇ ਨੇ ਉਹਦੇ ਮੁਤਾਬਕ ਆਪਾਂ ਨੂੰ ਪਤਾ ਹੀ ਆ ਕਿ ਇਸ ਟਾਈਮ ਦੇ ਉੱਤੇ ਜਿਹੋ ਜਿਹੇ ਹਾਲਾਤ ਨੇ ਉਹਨਾਂ ਦੇ ਵਿੱਚ ਥੋੜ੍ਹੀ ਇੰਟਰਨੈਟ ਦੀ ਵੀ ਸ਼ਾਇਦ ਹੋ ਸਕਦਾ ਕਿ ਪ੍ਰੋਬਲਮ ਜਿਹੜੀ ਆ ਉਹ ਹੋ ਰਹੀ ਹੋਵੇ। ਸੋ ਖਾਲਸਾ ਜੀ ਨਾਲ ਸਾਡਾ ਲਿੰਕ ਟੁੱਟ ਗਿਆ। ਦੁਬਾਰਾ ਖਾਲਸਾ ਜੀ ਸ਼ਾਇਦ ਸਾਡੇ ਨਾਲ ਲਾਈਨ ਦੇ ਉੱਤੇ ਆ ਗਏ ਨੇ ਜੀ। ਖਾਲਸਾ ਜੀ, ਮੇਰੀ ਆਵਾਜ਼ ਸੁਣ ਪਾ ਰਹੇ ਹੋ ਤੁਸੀਂ ਜੀ? ਬਿਲਕੁਲ, ਹਾਂਜੀ ਹਾਂ, ਪਹਿਲਾਂ ਲਾਈਨ ਕੱਟ ਗਈ ਸੀਗੀ। ਸੋ ਖਾਲਸਾ ਜੀ, ਇਸ ਟਾਈਮ ਦੇ ਉੱਤੇ 284 ਪਰਿਵਾਰ ਸਾਰੇ ਦੇ ਸਾਰੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੋ ਜੀ? 284 ਪਰਿਵਾਰ ਨਹੀਂ, 284 ਬੰਦੇ। 284 ਬੰਦੇ ਜਿਹੜੇ ਨੇ ਉਹ ਟੋਟਲ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਹੋ। ਸੋ ਮੌਜੂਦਾ ਹਾਲਾਤ ਕੀ ਨੇ ਇਸ ਟਾਈਮ ਦੇ ਉੱਤੇ? ਤੁਸੀਂ ਉਹਨਾਂ ਦੀ ਜਾਣਕਾਰੀ ਜਿਹੜੀ ਦਿਓ, ਕਿੱਦਾਂ ਦੇ ਹਾਲਾਤ ਜਿਹੜੇ ਇਸ ਟਾਈਮ ਦੇ ਉੱਤੇ ਉੱਥੇ ਹੈਗੇ ਨੇ ਜੀ। ਮੌਜੂਦਾ ਹਾਲਾਤ ਤੇ ਤੁਹਾਨੂੰ ਸਾਡੇ ਨਾਲੋਂ ਵੀ ਬਿਹਤਰ ਪਤਾ ਹੈ ਕਿ ਸਾਰੀ ਨਿਊਜ਼ਾਂ ਤੇ ਆਉਂਦਾ ਹੈ ਕਿ ਪੂਰਾ ਅਫਗਾਨਿਸਤਾਨ ਤਾਲਿਬਾਨਾਂ ਦੇ ਕਵਰ ਕੀਤਾ ਗਿਆ ਹੈ। ਕੁਝ 1-2 वैसे शहर रहते ने, 2 सिटियां, और बाकी 2-3 सिटी और 2-3 गांव जे अपने पुरानी गौर सरकार दे कब्जे और बाकी सारा तालिबान दे कब्जे है। हालत शहरां विच जगह ते सारी नॉर्मल है, पर ਜਿਹੜੀ ਬਹੁਤ ਪੋਜੀਸ਼ਨ ਖਰਾਬ ਹੈ 에어ਪੋਰਟ ਦੀ, ਉਧਰ ਫਾਇਰਿੰਗ ਵੀ ਹੋ ਰਹੀਆਂ ਨੇ ਤੇ ਉੱਥੋਂ ਦੀ ਹਾਲਤ ਬਹੁਤ ਖਰਾਬ ਹੈ। ਬੜਾ ਰਸ਼ ਹੈ। ਕੋਈ ਜੇ ਕਿਤੇ ਜਾਣਾ ਚਾਹੁੰਦਾ ਹੋਵੇ ਜਾਂ ਕਿਸੇ ਦੂਸਰੇ ਮੁਲਕ ਨੂੰ ਜਾਣਾ ਚਾਹੁੰਦਾ ਹੋਵੇ, ਉਹਨੂੰ ਐਂਟਰ ਨਹੀਂ ਹੁੰਦਾ ਅੰਦਰ। ਠੀਕ ਹੈ। ਸੋ ਤੁਸੀਂ ਵੀ ਮੈਨੂੰ ਪਤਾ ਲੱਗਿਆ ਕਿ ਤੁਸੀਂ ਵੀ ਟਰਾਈ ਕੀਤੀ ਸੀਗੀ ਕਿ ਕੱਲ੍ਹ ਜਿੱਦਾਂ ਕਿ ਕੈਨੇਡਾ ਦੇ ਵੱਲੋਂ, ਜਿਸ ਤਰ੍ਹਾਂ ਕਿ ਸਾਡੇ ਇੱਥੇ ਇੱਕ ਸੁਸਾਇਟੀ ਆ ਉਹਨਾਂ ਵੱਲੋਂ ਤੁਹਾਨੂੰ ਜਿਹੜਾ ਹੈ ਉਹ ਜਿਹੜਾ ਸੱਦਾ ਪੱਤਰ ਦਿੱਤਾ ਗਿਆ, ਤੁਸੀਂ 에ਅਰਪੋਰਟ ਤੱਕ ਜਿਹੜਾ ਹੈ ਉਹ ਨਹੀਂ ਪਹੁੰਚ ਪਾਏ, ਅੰਦਰ ਨਹੀਂ, 에ਅਰਪੋਰਟ ਤੱਕ ਪਹੁੰਚਣ ਦੇ ਬਾਵਜੂਦ ਤੁਸੀਂ ਅੰਦਰ ਨਹੀਂ ਜਾ ਪਾਏ। ਸੋ ਉਹਦਾ ਕੀ ਕਾਰਨ ਆ? ਉਹਦੇ ਵੀ ਸਾਨੂੰ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦੇ ਸਕਦੇ ਹੋ ਜੀ। ਜਿਨ੍ਹਾਂ ਨੇ ਸਾਡੇ ਵਾਸਤੇ ਅੱਜ ਕੈਨੇਡਾ ਸਰਕਾਰ ਜਾਂ ਸਾਡੀ ਸੰਸਥਾ पोलर फाउंडेशन जिन्हों ने भी आज सिख भाईचारा वास्ते एक फ्लाइट का इंतजाम किया सी, उन्हों दा तहे दिलों धन्नवाद। ते असी रिपोर्ट दे
ਗੇਟ ਤੱਕ ਵੀ ਗਏ ਹਾਂ, ਪਰ ਅਫਸੋਸ ਜੇ ਸਾਨੂੰ ਅੰਦਰ ਐਂਟਰ ਨਹੀਂ ਮਿਲਾ ਤੇ ਉੱਥੇ ਫਾਇਰਿੰਗ ਜ਼ਿਆਦਾ ਹੋ ਗਈਆਂ। ਅਸੀਂ 1 ਕਿਲੋਮੀਟਰ 에ਅਰਪੋਰਟ ਤੋਂ ਦੂਰ ਹੋ ਗਏ। ਫਿਰ ਥੋੜੀ ਹੋਰ ਆਵਾਜ਼ ਫਾਇਰਿੰਗ ਦੀ ਜ਼ਿਆਦਾ ਹੋ ਗਈ। ਫਿਰ ਅਸੀਂ ਕਿਸੇ ਗਲੀ ਵਿੱਚ ਆਪਣੇ ਆਪ ਨੂੰ ਮਹਿਫੂਜ਼ ਕੀਤਾ। ਫਿਰ ਸੰਗਤਾਂ ਨੇ ਦੱਸਿਆ ਕਿ ਹਾਲਤ ਪਈ ਖਰਾਬ ਦੀ ਹੈ ਔਰ ਵਾਪਸੀ ਗੁਰਦੁਆਰੇ ਜਾਣਾ ਹੈ, ਤਾਂ ਕਿ ਇਹਨਾਂ ਸਾਡੇ ਵਾਸਤੇ ਅੰਦਰ ਤੇ ਸਾਰਾ ਇੰਤਜ਼ਾਮ ਕੀਤਾ ਹੈ, ਬਾਹਰ ਦਾ ਵੀ ਕੋਈ ਇੰਤਜ਼ਾਮ ਕਰਨ, ਕਿਸੇ ਤਰੀਕੇ ਤੇ ਕੋਈ ਤਰੀਕਾਕਾਰ ਕਰ ਸਕਣ ਕਿ ਸਾਨੂੰ ਬੰਦਾ ਬਾਹਰ ਲੈਣ ਆ ਕੇ ਤੇ ਅੰਦਰ ਲੈ ਜਾਵੇ। ਜੀ, ਸੋ ਤੁਹਾਡਾ ਕਹਿਣ ਦਾ ਮਤਲਬ ਕਿ ਅੰਦਰ ਤਾਂ ਇੰਤਜ਼ਾਮ ਹੈਗਾ ਕਿ ਜੇ ਫਲਾਈਟ ਤੱਕ ਤੁਸੀਂ ਪਹੁੰਚ ਜਾਂਦੇ ਹੋ ਤਾਂ ਫਿਰ ਤੁਸੀਂ ਜਿਹੜਾ ਉਹ ਸੇਫਲੀ ਕੈਨੇਡਾ ਜਿਹੜਾ ਹੈ ਉਹ ਪਹੁੰਚ ਸਕਦੇ ਹੈਗੇ ਹੋ। ਸਿਰਫ ਬਾਹਰ ਦੀ ਜਿਹੜੀ ਪ੍ਰੋਬਲਮ ਹੈਗੀ ਆ, ਸੋ ਉਹਦੇ ਵਾਸਤੇ ਕੋਈ ਖਾਸ ਤੁਹਾਨੂੰ ਉੱਥੇ ਕੋਈ ਫਾਰਮੈਲਿਟੀ ਦੀ ਜ਼ਰੂਰਤ ਹੈ ਜਾਂ ਕਿਸੇ ਕੁਝ ਤੁਹਾਨੂੰ ਕੋਈ ਖਾਸ ਕਾਗਜ਼ ਪੱਤਰ ਜਿਹੜੀ ਆ ਉਹਦੀ ਜ਼ਰੂਰਤ ਪੈ ਰਹੀ ਆ? ਕੀ ਕਿਸ ਚੀਜ਼ ਦੀ ਘਾਟ ਆ ਜਿਹਨੂੰ ਕਿ ਆਪਾਂ ਪਹੁੰਚਾ ਸਕੀਏ ਅੱਗੇ ਤੇ ਤਾਂ ਕਿ ਉਹ ਜਿਹੜੀ ਘਾਟ ਪੂਰੀ ਹੋ ਸਕੇ? ਜੀ, ਸਾਨੂੰ ਬਾਹਰ ਕੋਈ ਡਾਕੂਮੈਂਟ ਸਾਡੇ ਕੋਲ ਹੋਵੇ, ਕੋਈ ਪਰਮਿਸ਼ਨ ਹੋਵੇ ਸਾਡੇ ਕੋਲੋਂ, ਅਸੀਂ ਬਾਹਰ ਦੱਸ ਕੇ ਦੇ ਅੰਦਰ ਜਾ ਸਕਦੇ ਹਾਂ। ਦਰਗਾਹ ਰਜ਼ੂ ਅਸੀਂ ਇਸ ਤਰ੍ਹਾਂ ਨਹੀਂ ਜਾ ਸਕਦੇ। ਜੀ, ਸੋ ਤੁਹਾਡੇ ਕੋਲ ਕੋਈ ਕਿਸੇ ਕਿਸਮ ਦਾ ਇਸ ਟਾਈਮ ਦੇ ਉੱਤੇ ਕਾਗਜ਼ ਪੱਤਰ ਜਿਹੜਾ ਨਾ ਹੋਣ ਦੇ ਕਾਰਨ ਤੁਸੀਂ 에ਅਰਪੋਰਟ ਦੇ ਅੰਦਰ ਜਿਹੜਾ ਹੈ ਉਹ ਨਹੀਂ ਜਾ ਸਕਦੇ, ਅੰਦਰ ਨਹੀਂ ਐਂਟਰ ਕਰ ਸਕਦੇ, ਇਹੀ ਕਹਿਣਾ ਚਾਹ ਰਹੇ ਹੋ ਤੁਸੀਂ? ਜੀ, ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕੋਈ ਕਾਗਜ਼ ਹੋਵੇ, ਕੋਈ ਪੱਤਰ ਹੋਵੇ, ਕੋਈ ਇਸ ਤਰ੍ਹਾਂ ਪਰਮਿਸ਼ਨ ਹੋਵੇ ਜੇ ਅਸੀਂ ਆਪਣੀ ਮੋਬਾਈਲ ਤੋਂ ਦੱਸ ਸਕੀਏ ਉਹਨਾਂ ਨੂੰ ਕਿ ਸਾਨੂੰ ਕੈਨੇਡਾ ਦੀ ਸਰਕਾਰ ਵੱਲੋਂ ਜਾਂ ਉੱਥੋਂ ਦੀ ਸੰਸਥਾਵਾਂ ਵੱਲੋਂ ਇਸ ਤਰ੍ਹਾਂ ਦੇ ਡਾਕੂਮੈਂਟ ਆਏ, ਸਾਨੂੰ ਅੰਦਰ ਜਾਣ ਦੀ ਇਜਾਜ਼ਤ ਮਿਲ ਸਕਦੀ ਹੈ। ਤੇ ਉਹ ਬਿਲਕੁਲ ਜੇ ਦੇਖਣਗੇ ਤੇ ਸਾਨੂੰ, ਅਸੀਂ ਆਪਣੇ ਅੱਖਾਂ ਨਾਲ ਦੇਖਿਆ ਕਿ ਜਿਨ੍ਹਾਂ ਕੋਲੋਂ ਡਾਕੂਮੈਂਟ ਸੀ, ਜਿਨ੍ਹਾਂ ਕੋਲੋਂ ਇਨਫੋਰਮੇਸ਼ਨ ਸੀ ਅੰਦਰ ਜਾਣ ਦਾ, ਉਹਨਾਂ 5 ਮਿੰਟ ਵੀ ਬਾਹਰ ਗੇਟ ਕੋਲ ਨਹੀਂ ਰਹੇ, ਦਿਖਾ ਕੇ ਤੇ ਅੰਦਰ ਚਲੇ ਗਏ। ਪਰ ਜਿਹੜੀਆਂ ਸੰਸਥਾਵਾਂ ਅੱਜ ਕੈਨੇਡਾ ਸਰਕਾਰ ਦੇ ਨਾਲ ਟੱਚ ਨੇ, ਉਹਨਾਂ ਸਾਨੂੰ ਉਮੀਦ ਦਿੱਤੀ ਹੈ ਕਿ ਅਸੀਂ ਲੱਗੇ ਹੋਏ ਹਾਂ ਕਿ ਤੁਹਾਡੇ ਵਾਸਤੇ ਕੋਈ ਇਸ ਤਰ੍ਹਾਂ ਦੇ ਡਾਕੂਮੈਂਟ ਬਣ ਸਕੇ ਜੇ ਤੁਸੀਂ 에ਅਰਪੋਰਟ ਤੱਕ ਪਹੁੰਚ ਕੇ ਦਿਖਾਓ ਤੇ ਅੰਦਰ ਐਂਟਰ ਕਰ ਲਓ। ਜੀ, ਸੋ ਇੱਕ ਜਿਹੜੇ 284 ਬੰਦੇ ਜਿਹੜੇ ਨੇ ਉਹਨਾਂ ਦੀ ਕੰਪਲੀਟ ਤੁਹਾਡੇ ਕੋਲ ਜਿਹੜੀ ਪੂਰੀ ਜਾਣਕਾਰੀ ਹੈ, ਉਹਨਾਂ ਦੀ ਲਿਸਟ ਵਗੈਰਾ ਤੁਹਾਡੇ ਕੋਲ ਮੌਜੂਦ ਆ ਕਿ ਕਿੰਨੇ ਬੱਚੇ ਨੇ, ਕਿੰਨੀਆਂ ਬੀਬੀਆਂ ਨੇ ਔਰ ਕਿੰਨੇ ਜਿਹੜੇ ਨੇ ਉਹ ਆਦਮੀ ਨੇ, ਉਹ ਸਾਰੀ ਲਿਸਟ ਤੁਹਾਡੇ ਕੋਲ ਮੌਜੂਦ ਆ? ਜੀ ਬਿਲਕੁਲ, ਉਹਨੇ ਸਾਡੇ ਕੋਲ ਮੌਜੂਦ ਹੈ, ਪਰ ਮੈਨੂੰ ਇਹਦਾ ਕੋਈ ਇਨਫੋਰਮੇਸ਼ਨ ਨਹੀਂ ਕਿਸੇ ਲੇਡੀਜ਼, ਛੋਟੇ ਬੱਚੇ ਔਰ ਜੈਂਟਸ ਕਿਤਨੇ ਨੇ, ਲੇਕਿਨ ਉਹਨਾਂ ਦੀ ਜਿਹੜੀ ਮੌਜੂਦਾ ਲਿਸਟ ਹੈ ਉਹ ਮੇਰੇ ਕੋਲ ਬਿਲਕੁਲ ਹੈ। ਜੀ, ਸੋ ਉਹ ਥੋੜਾ ਜਿਹਾ ਸੌਖਾ ਹੋ ਜਾਂਦਾ ਕਿਉਂਕਿ ਜਦੋਂ ਤੁਹਾਡੇ ਕੋਲ ਪੂਰੇ ਜਿਹੜੇ ਲਿਸਟ ਹੋਏਗੀ ਕਿ 284 ਬੰਦੇ ਨੇ ਤੇ 284 ਬੰਦਿਆਂ ਨੂੰ ਹੀ ਜਿਹੜਾ ਹੈ ਉਹ ਐਂਟਰੀ ਜਿਹੜੀ ਆ ਉਹ ਦਿੱਤੀ ਜਾਵੇ। ਸੋ ਇਸ ਟਾਈਮ ਦੇ ਉੱਤੇ ਤੁਹਾਡੇ ਕੋਲ ਉੱਥੇ ਖਾਣਾ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ ਜਿਹਦੇ ਨਾਲ, ਕਿਉਂਕਿ ਪਰਿਵਾਰ ਦੇ 10-15 ਜੀ ਹੋਣ ਤਾਂ ਉਦੋਂ ਇਹੋ ਜਿਹੇ ਹਾਲਾਤਾਂ 'ਚ ਪ੍ਰੋਬਲਮ ਆ ਜਾਂਦੀ ਆ। ਤੁਹਾਡੇ ਕੋਲ ਤਾਂ ਉੱਥੇ 284 ਜੀ ਤੁਸੀਂ ਇਕੱਠੇ ਹੋਏ ਬੈਠੇ ਹੋ ਤੇ ਤੁਹਾਡੇ ਕੋਲ ਇਸ ਟਾਈਮ ਤੇ ਖਾਣ ਪੀਣ ਦਾ ਕੀ ਪ੍ਰਬੰਧ ਆ? ਜੀ, ਹੈਲੋ, ਪ੍ਰਬੰਧਕਾਂ ਨੂੰ ਇਥੋਂ ਦੇ ਪ੍ਰਧਾਨ ਸਾਹਿਬ ਤੇ ਪ੍ਰਬੰਧਕਾਂ ਨੂੰ ਇਹ ਤੇ ਪੂਰੀ ਜਾਣਕਾਰੀ ਸੀ ਕਿ ਆਉਣ ਵਾਲੇ ਸਮੇਂ ਤੇ ਜਿਹੜੀ ਗਵਰਨਮੈਂਟ ਚੇਂਜ ਹੁੰਦੀ ਹੈ, ਪਹਿਲੇ ਤੋਂ ਪਹਿਲੇ ਉਹਨਾਂ ਨੇ ਗੁਰਦੁਆਰੇ ਦੇ ਵਿਚਕਾਰ ਸਾਰਾ ਕੁਝ ਦਾ ਇੰਤਜ਼ਾਮ ਕੀਤਾ ਹੋਇਆ ਸੀ ਤੇ ਆਪਣਾ ਗੁਰੂ ਨਾਨਕ ਦੇ ਘਰ ਦਾ ਲੰਗਰ ਹੈ, ਇਹਦੇ ਵਿੱਚ ਕਦੀ ਘਾਟਾ ਨਹੀਂ ਪੈਂਦਾ, ਇਹ ਗੁਰੂ ਦੀ ਕਿਰਪਾ ਨਾਲ ਚੱਲਦਾ ਰਹਿੰਦਾ ਹੈ। ਸਾਨੂੰ ਖਾਣ ਪੀਣ ਲੰਗਰ ਤੇ ਇਹਦੀ ਚੀਜ਼ ਤੇ ਕੋਈ ਦਿੱਕਤ ਨਹੀਂ ਹੈ। ਜੀ, ਸੋ ਇਸ ਟਾਈਮ ਦੇ ਉੱਤੇ ਦਿੱਕਤ ਨਹੀਂ ਹੈ, ਪਰ ਫਿਰ ਵੀ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਬਹੁਤ ਲੰਮਾ ਸਮਾਂ ਜਿਹੜਾ ਹੈ ਉਹ ਇਹ ਚੀਜ਼ ਨਾਲ ਨਹੀਂ ਜੂਝਿਆ ਜਾ ਸਕਦਾ, ਸੋ ਗੁਰੂ ਤੇ ਵੀ ਸਾਨੂੰ ਭਰੋਸਾ ਰੱਖਣਾ ਚਾਹੀਦਾ ਔਰ ਅਸੀਂ ਆਪਣੀ ਤਰਫ ਤੋਂ ਕੈਨੇਡਾ ਗਵਰਨਮੈਂਟ ਨੂੰ ਔਰ ਜਿਹੜੀ ਭੁੱਲਰ ਫਾਊਂਡੇਸ਼ਨ ਆ ਜਿਨ੍ਹਾਂ ਨੇ ਇੱਕ ਉਪਰਾਲਾ ਕੀਤਾ ਹੈਗਾ, ਸੋ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਔਰ ਆਪਣੇ ਤੌਰ ਦੇ ਉੱਤੇ ਵੀ ਅਸੀਂ ਸੰਗਤ ਨੂੰ ਜਿਹੜੀ ਹੈ ਕੈਨੇਡਾ ਦੇ ਵਿੱਚ ਬੈਠੇ ਕਿ ਆਪਣੇ ਜਿਹੜੇ ਐਮਪੀਜ਼ ਨੇ ਉਹਨਾਂ ਨੂੰ ਜਿਹੜੀ ਹੈ ਈਮੇਲ ਵਗੈਰਾ ਜਾਂ ਉਹਨਾਂ ਦੇ ਉੱਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ, ਉਹਨਾਂ ਤੱਕ ਪੂਰੀ ਗੱਲਬਾਤ ਪਹੁੰਚਾਈ ਜਾਵੇ। ਅਸੀਂ ਵੀ ਆਪਣੇ ਪਲੇਟਫਾਰਮ ਤੋਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀ ਆਵਾਜ਼ ਜਿਹੜੀ ਆ ਦੁਨੀਆ ਭਰ ਦੇ ਵਿੱਚ ਜਿਹੜੀ ਆ ਉਹ ਪਹੁੰਚੇ ਤੇ ਤੁਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਥੋਂ ਸੇਫਲੀ ਜਿਹੜਾ ਹੈ ਉਹ ਉੱਥੋਂ ਜਿਹੜਾ ਬਾਹਰ ਨਿਕਲ ਪਾਓ। ਕੋਈ ਹੋਰ ਗੱਲਬਾਤ ਜਿਹੜੀ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ, ਕੋਈ ਹੋਰ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਉਹ ਜ਼ਰੂਰ ਤੁਸੀਂ ਜਿਹੜਾ ਹੈ ਉਹ ਪਹੁੰਚਦਾ ਕਰ ਸਕਦੇ ਹੋ। ਜੀ ਖਾਲਸਾ ਜੀ, ਅਸੀਂ ਇੱਕ ਸੁਨੇਹਾ ਜ਼ਰੂਰ ਦਿੰਦੇ ਹਾਂ, ਜੇ ਮੇਰੀ ਆਵਾਜ਼ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਦੀ ਹੈ, ਖਾਸ ਕਰਕੇ ਕੈਨੇਡੀਅਨ ਸਰਕਾਰ ਨੂੰ, ਉੱਥੋਂ ਦੀ PM ਨੂੰ, ਉੱਥੋਂ ਦੀ ਸੰਸਥਾਵਾਂ ਨੂੰ ਪਹੁੰਚਦੀ ਹੈ, ਅਸੀਂ ਉਹਨਾਂ ਦਾ ਪਹਿਲੇ ਤੇ ਦਿਲ ਦੀ ਗਹਿਰਾਈਆਂ ਵਿੱਚ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਥੋਂ ਤੱਕ ਵੀ ਇੰਤਜ਼ਾਮ ਕੀਤਾ ਕਿ ਸਾਨੂੰ ਇੱਕ ਫਲਾਈਟ ਲਗਵਾ ਦਿੱਤੀ ਔਰ ਸਾਨੂੰ ਉੱਥੋਂ ਤੱਕ ਬੁਲਾ ਦਿੱਤਾ। ਪਰ ਇੱਕ ਥੋੜਾ ਰਹਿ ਗਿਆ ਹੈ, ਕੋਈ ਇੱਕ ਤਰੀਨ ਥੋੜਾ ਜਿਹਾ ਕੰਮ ਰਹਿ ਗਿਆ ਹੈ ਕਿ ਇਹਨਾਂ
ਦਾ ਧਿਆਨ ਇਹ ਰਵੇ ਕਿ ਨਹੀਂ ਰਿਪੋਰਟ ਤੱਕ ਆ ਸਕਦੇ ਨੇ ਪਰ ਅੰਦਰ ਐਂਟਰ ਨਹੀਂ ਹੋ ਸਕਦੇ ਨੇ। ਇਹਨਾਂ ਦੇ ਐਂਟਰ ਵਾਸਤੇ ਅਸੀਂ ਕੀ ਕਰਨਾ ਚਾਹੀਏ, ਅਸੀਂ ਕੀ ਕਰੀਏ, ਅਸੀਂ ਕੀ ਤਰੀਕੇ ਕਾਰ ਕਰੀਏ ਕਿ ਇਹਨਾਂ ਅੰਦਰ ਵੀ ਐਂਟਰ ਹੋ ਜਾਓ। ਔਰ ਜੇ ਅੰਦਰ ਐਂਟਰ ਹੋ ਗਏ, ਜੇ ਅਸੀਂ ਰਿਪੋर्ट ਦੇ ਅੰਦਰ ਐਂਟਰ ਹੋ ਜਾਈਏ, ਸਮਝ ਅਸੀਂ ਕੈਨੇਡਾ ਵਿੱਚ ਬੈਠੇ ਜੀ। ਸੋ ਅਸੀਂ ਉਮੀਦ ਕਰਦੇ ਹਾਂ ਖਾਲਸਾ ਜੀ ਆਉਣ ਵਾਲੇ ਕੁਝ ਘੰਟਿਆਂ ਵਿੱਚ, ਕੁਝ ਟਾਈਮ ਦੇ ਵਿੱਚ ਇਹ ਜਿਹੜੀ ਚੀਜ਼ ਆ, ਜੋ ਘਾਟ ਹੈ ਉਹ ਵੀ ਜਿਹੜੀ ਆ ਉਹ ਪੂਰੀ ਹੋ ਜਾਵੇ। ਤੇ ਅਸੀਂ ਪ੍ਰਮਾਤਮਾ ਅੱਗੇ, ਉਸ ਅਕਾਲ ਪੁਰਖ ਅੱਗੇ ਵੀ ਅਰਦਾਸ ਕਰਦੇ ਹਾਂ ਤੁਹਾਡੀ ਸਿਹਤ ਦੀ ਕਾਮਨਾ ਲਈ, ਤੁਹਾਡੇ ਉੱਥੇ ਸਹੀ ਸਲਾਮਤ ਰਹਿਣ ਵਾਸਤੇ, ਕਿਉਂਕਿ ਗੁਰੂ ਤੇ ਭਰੋਸਾ ਜਿਹੜਾ ਹੈ ਉਹ ਸਿੱਖ ਨੂੰ ਬਹੁਤ ਵੱਡਾ ਹੁੰਦਾ। ਸੋ ਉਸੇ ਕਰਕੇ ਮੈਨੂੰ ਲੱਗਦਾ ਉਸ ਭਰੋਸੇ ਦੇ ਉੱਤੇ ਹੀ ਸਾਨੂੰ ਜਿਹੜਾ ਹੈ ਉਹ ਬਾਕੀ ਜਿਹੜੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਸਾਡੇ ਜਿਹੜੀਆਂ ਨੇ ਉਹ ਪੈਦਾ ਹੋਣਗੀਆਂ। ਸੋ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਤੁਹਾਨੂੰ ਉੱਥੋਂ ਜਲਦੀ ਤੋਂ ਜਲਦੀ ਸੇਫਲੀ ਜਿਹੜਾ ਹੈ ਉਹ ਕੱਢ ਲਿਆ ਜਾਵੇਗਾ। ਤੇ ਗੁਰਦੁਆਰਾ ਸਾਹਿਬ ਉਸ ਤਰ੍ਹਾਂ ਸੁਰੱਖਿਅਤ ਹੈ। ਇਹ ਪਤਾ ਲੱਗਿਆ ਸੀ ਕਿ ਕੁਝ ਤਾਲਿਬਾਨ ਦੇ ਕੁਝ ਜਿਹੜੇ ਮੇਨ ਮੈਂਬਰ ਸੀਗੇ ਉਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਉਹ ਆਏ ਸੀਗੇ ਤੇ ਉਹਨਾਂ ਨੇ ਭਰੋਸਾ ਕੋਈ ਦਿੱਤਾ ਸੀ। ਕੋਈ ਇਦਾਂ ਦੀ ਗੱਲਬਾਤ ਹੈ? नहीं, मेरे ख्याल नाल जिथे तक मैनू पता चलिया वो मीडिया ने उल्टा दसिया है। गुरुद्वारे दे अंदर तालिबान कोई नहीं आए, अगर आए भी है ने गुरुद्वारे दे आस पास दे जेड़े पुराने पुरातन पड़ोसी है उन्हें आए ने कि तुहाडा की हाल है, गवर्नमेंट चेंज हो गई, तुहाडे ते कोई किसी तरह का कोई फिशार, कोई इस तरह की कोई गल ते नहीं है जे तुहानू कोई दिक्कत होवे। तालिबान दे लीडर या कोई भी साडे कोल नहीं आए ने, जे आए ने ते साडे कोलों अपने आस पास दे पड़ोसी आए ने। उम्मीद है साडी भी आवाज सारी संस्थावां तक, कनेडियन सरकार तक पहुंच सके कि इन्हां सारे डट के मतलब अपनी मजबूरी कारण जलालाबाद तो गजनी तो इकट्ठे होकर काबुल एक गुरुद्वारे विचकार अपनी रिहायशी बनाई हुई है। ते इन्हां नूं किसी सूरत हाल विच भी जे सारी दिक्कतां दा सामना कीता जांदा है ते इस विच मेन दिक्कत यही है कि इन्हां एयरपोर्ट दे अंदर एंटर नहीं हो सकदे ने। इन्हां वास्ते कोई तरीका कार कीता जावे। जे मेरी आवाज दुनिया के हर एक कोने तक गुरु नानक नाम लेवा गुरसिखा तक पहुंचदी, जिन्हां दी पहुंच है और जिन्हां तो हो सकदा है, तुसीं साडे वास्ते एक इंतजाम और जे कल साढ़े वास्ते कोई तरीका कार किया जाए जे असी रिपोर्ट के अंदर एंटर हो जाएगी। जी बिल्कुल खालसा जी, ਅਸੀਂ ਆਪਣੀ ਤਰਫ ਤੋਂ ਹਰ ਤਰੀਕੇ ਦੇ ਨਾਲ ਜਿਹੜਾ ਹੈ ਤੁਹਾਡੇ ਨਾਲ ਹੈਗੇ ਆ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਹਾਡਾ ਵੀ ਜਿਹੜਾ ਹੈ ਸਮਾਂ ਤਕਰੀਬਨ ਹੁਣ ਉੱਥੇ ਜਿਹੜਾ ਹੈ ਇਸ ਟਾਈਮ ਦੇ ਉੱਤੇ ਆਰਾਮ ਕਰਨ ਦਾ ਹੋ ਗਿਆ। ਸੋ ਕੋਸ਼ਿਸ਼ ਕਰਦੇ ਰਵਾਂਗੇ ਆਪਾਂ ਆਪਣੀ ਤਰਫ ਤੋਂ, ਕੋਸ਼ਿਸ਼ ਹੀ ਨਹੀਂ, ਅਸੀਂ ਬਹੁਤ ਆਪਣੇ ਹਿਸਾਬ ਦੇ ਨਾਲ ਇਹ ਜਲਦੀ ਤੋਂ ਜਲਦੀ ਜਿਹੜਾ ਹੈ ਤੁਹਾਨੂੰ ਉੱਥੋਂ ਸੇਫਲੀ ਕੱਢਣ ਵਾਸਤੇ ਜਿਹੜੀ ਆ ਆਪਣਾ ਜਿਹੜਾ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਉਹ ਜ਼ਰੂਰ ਜਿਹੜਾ ਹੈ ਜ਼ੋਰ ਲਾਵਾਂਗੇ, ਆਵਾਜ਼ ਵੀ ਪਹੁੰਚਾਵਾਂਗੇ ਤੁਹਾਡੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਦੁਬਾਰਾ ਜੇ ਕੋਈ ਅਪਡੇਟ ਹੋਈ ਤੇ ਤੁਹਾਡੇ ਨਾਲ ਦੁਬਾਰਾ ਜਿਹੜੀ ਉਹ ਗੱਲਬਾਤ ਆਪਾਂ ਕਰਾਂਗੇ। ਸੋ ਸੰਗਤ ਨੂੰ ਤੁਸੀਂ ਇੱਥੇ ਆਪਾਂ ਜਿਹੜਾ ਹੈ ਉਹ ਇਜਾਜ਼ਤ ਲੈਂਦੇ ਹਾਂ ਤੇ ਜਿਹੜੀ ਹੈ ਤੁਹਾਡੇ ਨਾਲ ਜਿਹੜਾ ਫਤਿਹ ਦੀ ਆਪਾਂ ਸਾਂਝ ਜਿਹੜੀ ਉਹ ਪਾਉਂਦੇ ਹਾਂ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਰਬੀਰ ਸਿੰਘ ਖਾਲਸਾ ਜੀ, ਜਿਨ੍ਹਾਂ ਨੇ ਕਿ ਹਾਲਾਤਾਂ ਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਦਿੱਤੀ ਆ। ਸਿੱਧੀ ਅਫਗਾਨਿਸਤਾਨ ਤੋਂ ਸਾਡੇ ਨਾਲ ਜਿਹੜੀ ਆ ਉਹ ਗੱਲਬਾਤ ਕਰ ਰਹੇ ਸਨ। ਸੋ ਜਿਸ ਤਰ੍ਹਾਂ ਕਿ ਹਾਲਾਤ ਕਈ ਵਾਰ ਜਿਹੜੇ ਨੇ ਉਹ ਬਦਲਦੇ ਨਜ਼ਰ ਆਉਂਦੇ ਨੇ। ਇੱਕ ਦਿਨ ਪਹਿਲਾਂ, 2 ਦਿਨ ਪਹਿਲਾਂ ਹੋਰ ਸੀ, ਅੱਜ ਕੱਲ੍ਹ ਦੇ ਵਿੱਚ ਜਿਹੜਾ ਉਹ ਫਰਕ ਪੈ ਗਿਆ। ਉੱਥੇ ਉਹ ਕੋਈ ਗੋਲੀਆਂ ਵੀ ਚੱਲੀਆਂ, ਕੁਝ ਹਾਲਾਤ ਬਦਲਦੇ ਜਿਹੜੇ ਨਜ਼ਰ ਆਏ। ਸੋ ਜਦੋਂ ਸਰਕਾਰਾਂ ਬਦਲਦੀਆਂ ਨੇ, ਜਦੋਂ ਇਸ ਤਰ੍ਹਾਂ ਦੇ ਨਾਲ ਰਾਜ ਜਿਹੜੇ ਨੇ ਉਹ ਅਲੱਗ ਤਰੀਕੇ ਦੇ ਨਾਲ ਕਾਇਮ ਹੁੰਦੇ ਨੇ ਤੇ ਉੱਥੇ ਕਈ ਤਰ੍ਹਾਂ ਦੀਆਂ ਜਿਹੜੀਆਂ ਫੋਰਸਸ ਨੇ ਉਹ ਐਕਟਿਵ ਹੁੰਦੀਆਂ ਨੇ, ਕਈ ਤਰ੍ਹਾਂ ਦੀਆਂ ਜਿਹੜੀਆਂ ਇਨਐਕਟਿਵ ਫੋਰਸਸ ਨੇ ਉਹ ਵੀ ਐਕਟਿਵ ਹੋ ਜਾਂਦੀਆਂ ਨੇ। ਕੁਝ ਆਪਣੇ ਮਫਾਦਾਂ ਕਰਕੇ ਬਹੁਤ ਕੁਝ ਅਜਿਹਾ ਕਰਦੀਆਂ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ ਦੀ ਬੁੱਕਲ 'ਚ ਆ। ਸੋ ਜਿਸ ਤਰ੍ਹਾਂ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਇਹ ਗੱਲ ਹਮੇਸ਼ਾ ਜਿਹੜੀ ਆ ਉਹ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਆ। ਮੈਂ ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕੀਤੀ ਸੀਗੀ ਕਿ ਖਾਸ ਤੌਰ ਦੇ ਉੱਤੇ ਸਿੱਖ ਨੁਕਤਾ ਨਿਗਾਹ ਤੋਂ ਸਾਨੂੰ ਜਿਹੜੀ ਆਪਣੀ ਸੋਚ ਹੈਗੀ ਆ ਜਾਂ ਆਪਣੀ ਗੱਲਬਾਤ ਆ ਜਾਂ ਸਾਡਾ ਐਕਸ਼ਨ ਔਰ ਜਿਹੜਾ ਰਿਐਕਸ਼ਨ ਆ ਉਹ ਸਾਨੂੰ ਇਹ ਰੱਖ ਕੇ ਕਰਨਾ ਚਾਹੀਦਾ ਕਿ ਜਿਹੜਾ ਸਾਡਾ ਭਾਈਚਾਰਾ ਉੱਥੇ ਮੌਜੂਦ ਆ ਉਹ ਕਿਵੇਂ ਸੇਫ ਰਹਿ ਸਕਦਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ, ਚਾਹੇ ਉਹ ਪੰਜਾਬ ਦੇ ਹਵਾਲੇ ਦੇ ਨਾਲ ਆ ਜਾਂ ਉਹ ਸਾਡੀ ਇਸ ਟਾਈਮ ਦੇ ਉੱਤੇ ਜਿੱਦਾਂ ਖਾਲਸਾ ਜੀ ਨੇ ਦੱਸਿਆ ਕਿ 284 ਬੰਦੇ ਜਿਹੜੇ ਉੱਥੇ ਨੇ, ਈਵਨ ਕਿ ਉਹਦੇ ਵਿੱਚ ਹਿੰਦੂ ਭਾਈਚਾਰਾ ਵੀ ਜਿਹੜਾ ਹੈਗਾ ਉਹ ਵਿੱਚ ਨਾਲ ਹੀ ਆ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਟਾਈਮ ਦੇ ਉੱਤੇ ਪਨਾਹ ਲਈ ਹੋਈ ਆ, ਇਸ ਟਾਈਮ ਦੇ ਉੱਤੇ ਆਪਣਾ ਰਿਹਾਇਸ਼ ਜਿਹੜੀ ਆ ਉੱਥੇ ਰੱਖੀ ਹੋਈ ਆ। ਸੋ ਸਾਰੇ ਲੋਕਾਂ ਦਾ ਹੀ ਇਹ ਚੀਜ਼ ਫਰਜ਼ ਬਣਦੀ ਹੈ ਤੇ ਮੈਂ ਆਪਣੇ ਤਰਫ ਤੋਂ ਸਾਰਿਆਂ ਨੂੰ ਇਹੀ ਜਿਹੜੀ ਹੈ ਉਹ ਅਪੀਲ ਕਰਦਾ ਕਿ ਕਮ ਸੇ ਕਮ
ਆਪਾਂ ਆਪਣੀ ਜਿਹੜੀ ਇਸ ਟਾਈਮ ਦੇ ਉੱਤੇ ਇਹੋ ਜਿਹੇ ਵਕਤ ਦੇ ਵਿੱਚ ਆਪਣੀ ਇਨਪੁਟ ਜਿਹੜੀ ਆ ਉਹ ਜ਼ਰੂਰ ਪਾਈਏ, ਆਪਣੀ ਇਹਨਾਂ ਲੋਕਾਂ ਦੀ ਆਵਾਜ਼ ਜਿਹੜੀ ਆ ਪਹੁੰਚਦੀ ਕਰੀਏ ਤਾਂ ਕਿ ਇਹ ਸੇਫਲੀ, ਇਹ ਬਹੁਤ ਸਿਕਿਉਰ ਜਿਹੜੇ ਨੇ ਉੱਥੋਂ ਜਿਹੜਾ ਹੈ ਉਹ ਨਿਕਲ ਸਕਣ। ਆਉਣ ਵਾਲਾ ਸਮਾਂ ਉੱਥੇ ਕਿਸ ਤਰ੍ਹਾਂ ਦਾ ਹੋਏਗਾ, ਇਹ ਸਾਰਾ ਕੁਝ ਸਮੇਂ ਦੀ ਬੁੱਕਲ ਜਾਂ ਪਿਛਲੇ 3 ਦਿਨਾਂ ਤੋਂ ਜਿਹੜੇ ਪ੍ਰੋਗਰਾਮ ਦੇ ਵਿੱਚ ਅਸੀਂ ਲਗਾਤਾਰ ਇਹੀ ਗੱਲਬਾਤ ਕਰਦੇ ਆ ਰਹੇ ਹੈਗੇ ਆ ਕਿ ਸਭ ਕੁਝ ਸਮੇਂ ਦੀ ਬੁੱਕਲ 'ਚ। ਸਾਨੂੰ ਬਹੁਤ ਸੰਕੋਚ ਕਰਕੇ ਐਵੇਂ ਕੋਈ ਸਟੇਟਮੈਂਟਾਂ ਨਹੀਂ ਜਾਰੀ ਕਰਨੀਆਂ ਚਾਹੀਦੀਆਂ, ਐਵੇਂ ਸੋਸ਼ਲ ਮੀਡੀਆ ਦੇ ਉੱਤੇ ਅਜਿਹੀ ਕੋਈ ਗੱਲਬਾਤ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸਾਡੇ ਭਾਈਚਾਰੇ ਨੂੰ ਕੋਈ ਨੁਕਸਾਨ ਜਿਹੜਾ ਹੈ ਉਹ ਪਹੁੰਚੇ, ਜਿਹੜਾ ਉੱਥੇ ਮੌਜੂਦ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਿਹੜਾ ਹੈ ਉਹ ਸੰਕੋਚ ਕਰਨਾ ਪਏਗਾ। ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬਹੁਤ ਸੋਚ ਸਮਝ ਕੇ ਕਦਮ ਪੁੱਟਣੇ ਪੈਣਗੇ, ਕਿਉਂਕਿ ਪੰਜਾਬ ਦੀ ਧਰਤੀ ਤੇ ਵੀ ਇਸ ਤਰ੍ਹਾਂ ਦਾ ਪ੍ਰੈਸ਼ਰ ਬਿਲਡਅਪ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਦਿਖੇਗਾ, ਕਿਉਂਕਿ ਉਸ ਖਿੱਤੇ ਦੇ ਹਾਲਾਤ ਬਦਲਦੇ ਨਜ਼ਰ ਆਉਣਗੇ। ਸੋ ਇਸ ਟਾਈਮ ਦੇ ਉੱਤੇ ਸਾਨੂੰ ਐਜ ਏ ਸਿੱਖ ਹੋਣ ਦੇ ਨਾਤੇ ਸਾਨੂੰ ਉਸ ਤਰ੍ਹਾਂ ਦਾ ਹੀ ਜਿਹੜਾ ਹੈ ਉਹ ਪੈਂਤੜਾ ਅਪਣਾਉਣਾ ਪਏਗਾ ਕਿ ਅਸੀਂ ਕਿਸ ਤਰ੍ਹਾਂ ਦੇ ਨਾਲ ਆਪਣੀ ਜਿਹੜੀ ਸਾਡਾ ਭਾਈਚਾਰਾ ਹੈਗਾ ਉਹਨੂੰ ਕਿਸ ਤਰ੍ਹਾਂ ਸੇਫ ਰੱਖ ਸਕਦੇ ਹਾਂ, ਆਪਣੇ ਖਿੱਤੇ ਨੂੰ ਕਿਵੇਂ ਸੇਫ ਰੱਖ ਸਕਦੇ ਹਾਂ, ਆਪਣੇ ਆਪ ਨੂੰ ਕਿਵੇਂ ਸੇਫ ਰੱਖ ਸਕਦੇ ਹਾਂ। ਸੋ ਡਾਇਸਪੋਰਾ ਦਾ ਵੀ ਇਹ ਫਰਜ਼ ਬਣਦਾ ਹੈਗਾ ਕਿ ਆਪਾਂ ਸਾਰੀ ਜਿਹੜੀ ਇਸ ਟਾਈਮ ਦੇ ਉੱਤੇ ਹਲਚਲ ਆ ਉਹਦੇ ਮੱਦੇ ਨਜ਼ਰ ਰੱਖ ਕੇ ਆਪਾਂ ਰੇਡੀਓ, ਟੈਲੀਵਿਜ਼ਨ, ਜਿੱਥੇ ਵੀ ਜਾਂ ਸੋਸ਼ਲ ਮੀਡੀਆ ਤੇ ਫੇਸਬੁੱਕ, YouTube, ਜਿੱਥੇ ਵੀ ਬੈਠੇ ਆ ਉੱਥੇ ਆਪਾਂ ਸੰਕੋਚ ਕੇ ਆਪਣੇ ਲਫ਼ਜ਼ਾਂ ਨੂੰ ਸਹੀ ਤਰੀਕੇ ਦੇ ਨਾਲ ਔਰ ਸਹੀ ਗੱਲ ਪੇਸ਼ ਕਰਨ ਦੀ ਕੋਸ਼ਿਸ਼ ਕਰੀਏ, ਨਾ ਕਿ ਕੋਈ ਛਲਾਵੇ ਦੇ ਵਿੱਚ ਆ ਕੇ, ਨਾ ਕਿ ਕਿਸੇ ਦੀਆਂ ਏਜੰਸੀਆਂ ਦੇ ਛੱਡੇ ਹੋਏ ਬੰਦਿਆਂ ਦੀਆਂ ਸਟੇਟਮੈਂਟਾਂ ਦੇ ਅਗੇਂਸਟ ਆਪਣੇ ਕੋਈ ਸਟੇਟਮੈਂਟਾਂ ਜਾਰੀ ਕਰਕੇ ਅਜਿਹਾ ਕੁਝ ਅਸੀਂ ਨਾ ਆਪਣਾ ਰਿਕਾਰਡਡ ਕਰਾ ਲਈਏ ਕਿ ਜਿਹਦੇ ਨਾਲ ਸਾਨੂੰ ਕੱਲ ਨੂੰ ਆਪਣੀਆਂ ਜਿਹੜੀਆਂ ਹੱਥਾਂ ਦੀਆਂ ਵੱਜੀਆਂ ਜਿਹੜੀਆਂ ਨੇ ਉਹ ਦੰਦਾਂ ਨਾਲ ਨਾ ਖੁੱਲਣ ਵਾਲੇ ਅਸੀਂ ਉਸ ਜਗ੍ਹਾ ਦੇ ਉੱਤੇ ਪਹੁੰਚ ਜਾਈਏ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਕਰਨ ਦਾ ਸਾਡਾ ਮਕਸਦ ਇਹੀ ਆ ਤੇ ਉਮੀਦ ਕਰਦਾ ਕਿ ਤੁਹਾਨੂੰ ਸਾਡਾ ਅੱਜ ਵਾਲਾ ਜਿਹੜਾ ਪ੍ਰੋਗਰਾਮ ਹੈ ਖੁੱਲਾ ਸੱਦਾ ਜਿਹੜਾ ਹੈ ਉਹ ਪਸੰਦ ਆਵੇਗਾ, ਕਿਉਂਕਿ ਅੱਜ ਗੱਲਬਾਤ ਸੀਗੀ ਉਹ ਅਫਗਾਨਿਸਤਾਨ ਤੋਂ ਹੀ ਕਰਨੀ ਸੀ। ਇਸ ਵਿਸ਼ੇ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਹੱਲੇ ਬੜੀਆਂ ਲੰਬੀਆਂ ਗੱਲਾਂ ਕਰਨੀਆਂ ਪੈਣਗੀਆਂ, ਬਹੁਤ ਕੁਝ ਸਾਨੂੰ ਸੋਚ ਸਮਝ ਕੇ ਸਾਰਾ ਕੁਝ ਵਿਚਾਰ ਕੇ ਸਾਰਾ ਕੁਝ ਜਿਹੜਾ ਹੈ ਉਹ ਬੋਲਣਾ ਪਵੇਗਾ ਔਰ ਸਾਰਾ ਕੁਝ ਸਾਨੂੰ ਉਸ ਤਰ੍ਹਾਂ ਦੇ ਨਾਲ ਹੀ ਅੱਗੇ ਪੇਸ਼ ਕਰਨਾ ਪਵੇਗਾ ਜਿਸ ਤਰ੍ਹਾਂ ਦੇ ਨਾਲ ਹਾਲਾਤ ਜਿਹੜੇ ਨੇ ਉਹ ਬੜੀ ਤੇਜ਼ੀ ਨਾਲ ਬਦਲਣਗੇ। ਸੋ ਉਮੀਦ ਕਰਦਾ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਵੇਗਾ। ਕੱਲ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਇਸ ਹਫਤੇ ਦਾ ਇਹ ਲਾਸਟ ਹੈਗਾ। ਕੱਲ ਨੂੰ ਪ੍ਰੋਗਰਾਮ ਸੈਟਰਡੇ ਸੰਡੇ ਜਿਹੜਾ ਉਹ ਨਹੀਂ ਹੁੰਦਾ। ਮੰਡੇ ਨੂੰ ਆਪਾਂ ਜਿਹੜਾ ਹੈ ਉਹ ਨਵੇਂ ਸਮੇਂ ਦੇ ਮੁਤਾਬਕ ਨਵਾਂ ਸਮਾਂ ਜਿਹੜਾ ਹੈ ਅਸੀਂ ਫੇਸਬੁੱਕ ਦੇ ਉੱਤੇ ਜਿਹੜਾ ਹੈ ਉਹ ਜਾਰੀ ਕਰ ਦਿਆਂਗੇ। ਸੋ ਨਵੇਂ ਸਮੇਂ ਦੇ ਉੱਤੇ ਖੁੱਲਾ ਸੱਦਾ ਪ੍ਰੋਗਰਾਮ ਪੇਸ਼ ਕਰਿਆ ਕਰਾਂਗੇ। ਸੋ ਮਿਲਦੇ ਹਾਂ ਜੀ ਆਪਾਂ ਹੁਣ ਸੋਮਵਾਰ ਵਾਲੇ ਦਿਨ। ਸੋ ਅੱਜ ਮੈਨੂੰ ਇੱਥੇ ਹੀ ਪ੍ਰੋਗਰਾਮ ਜਿਹੜਾ ਹੈ ਉਹ ਸਮਾਪਤ ਕਰਨ ਦੀ ਇਜਾਜ਼ਤ ਦਿਓ। ਬਿਲਕੁਲ ਵੀ ਡਰਾਉਣਾ ਨਹੀਂ, ਕਿਸੇ ਨੂੰ ਡਰਨਾ ਤੇ ਬਿਲਕੁਲ ਨਹੀਂ। ਸੋ ਭੈ ਕਾਹੂ ਕੋ ਦੇਤ ਨਾ, ਨਹਿ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।